जी थ्योरम देखो 8.10 इस थ्योरम ਨੂੰ ਆਪਾਂ ਕਨਵਰਸ ਆਫ ਮਿਡ ਪੁਆਇੰਟ ਥਿਓਰਮ ਵੀ ਬੋਲਦੇ ਆ ਤਾਂ ਐਵੇਂ ਵੀ ਆ ਸਕਦਾ ਕੁਐਸਚਨ ਸਟੇਟ ਐਂਡ ਪ੍ਰੂਵ ਕਨਵਰਸ ਆਫ ਮਿਡ ਪੁਆਇੰਟ ਥਿਓਰਮ ਕੱਲ ਆਪਾਂ ਮਿਡ ਪੁਆਇੰਟ ਥਿਓਰਮ ਕਰਕੇ ਹਟੇ ਸੀ ਮਿਡ ਪੁਆਇੰਟ ਥਿਓਰਮ ਆਪਾਂ ਨੂੰ ਕੀ ਕਹੇ ਕਰਦੀ ਕਿ ਲਾਈਕ ਐਜ਼ ਅ ਟ੍ਰਾਇੰਗਲ ਹੈ ਅਗਰ ਕੋਈ ਲਾਈਨ ਸੈਗਮੈਂਟ ਹੈ ਜੋ ਇਸ ਦੇ ਮਿਡ ਪੁਆਇੰਟ ਨੂੰ ਤੇ ਇਸ ਦੇ ਮਿਡ ਪੁਆਇੰਟ ਨੂੰ ਜੁਆਇਨ ਕਰਦੀ ਹੈ ਜੋ ਇਹ ਲਾਈਨ ਹੈ इस लाइन दे पैरेलल होगी एंड मोर ओवर अपने की कंक्लूजन देखा सी कि यह लाइन इस दे की सी हाफ बी सी ਆਪਾਂ ਇਹ ਕੱਲ ਕੰਕਲੂਜਨ ਦੇਖਿਆ ਸੀਗਾ ਕਿ ਅਗਰ ਟ੍ਰਾਇੰਗਲ ਦੀ ਕਿਸੇ ਟੂ ਸਾਈਡਸ ਦੇ ਮਿਡ ਪੁਆਇੰਟ ਨੂੰ ਜੁਆਇਨ ਕਰਕੇ ਕੋਈ ਲਾਈਨ ਸੈਗਮੈਂਟ ਬਣਾ ਰਹੇ ਆ ਜੋ ਇਹ ਲਾਈਨ ਸੈਗਮੈਂਟ ਹੋਗੀ ਇਹ ਥਰਡ ਸਾਈਡ ਦੇ ਪੈਰਲਲ ਵੀ ਹੋਗੀ ਤੇ ਥਰਡ ਸਾਈਡ ਦੇ ਹਾਫ ਵੀ ਹੋਗੀ ਐਨੀ ਗੱਲ ਕਲੀਅਰ ਹੈ ਹੁਣ ਕਨਵਰਸ ਆਫ ਮਿਡ ਪੁਆਇੰਟ ਥਿਓਰਮ ਕੀ ਹੈ ਕਨਵਰਸ ਆਫ ਮਿਡ ਪੁਆਇੰਟ ਥਿਓਰਮ ਕੀ ਹੈ कहते कि अगर मैं मान लो एक ट्रायंगल अपने को कन्वर्स ऑफ मिड पॉइंट थ्योरम देखो की कहती है कि अगर अपने को कोई ट्रायंगल है ए बी सी डी कोई इसका मिड पॉइंट है डी कोई इसका मिड पॉइंट है ते कोई डी ई लाइन है जो कि बी सी दे पैरेलल है मतलब पहली गल तो डी इज द मिड पॉइंट है डी की है मिड पॉइंट सेकंड थिंग डी ई पैरेलल बी सी है DE पैरेलल BC है ਤਾਂ ਕਹਿੰਦੇ ਕਿ ਜੋ E ਹੋਊਗਾ ਨਾ ਉਹ ਵੀ ਪੱਕਾ ਕੀ ਹੋਊਗਾ ਮਿਡ ਪੁਆਇੰਟ ਹੋਊਗਾ ਕਿਹਦਾ AC ਦਾ ਇਹ ਆਪਣੇ ਸ਼ੋ ਕਰਨਾ ਹੈ ਤਾਂ ਇਸ ਦਾ ਆਨਸਰ ਕੀ ਹੋਊਗਾ E ਵੀ ਕੀ ਹੋਊਗਾ ਮਿਡ ਪੁਆਇੰਟ ਹੋਊਗਾ ਦੁਬਾਰਾ ਸਮਝੋ ਕੀ ਕਿਹਾ ਹੈ मान लो एक ट्रायंगल है अपने को कि अगर मान लो A B C कोई ट्रायंगल है कि अगर इसका मैं कोई मिड पॉइंट ले लिया P ਤੇ ਇਸ ਲਾਈਨ ਦੇ ਪੈरेलल मैंने कोई लाइन ड्रॉ ਕੀਤੀ ਇਹ ਮਿਡ ਪੁਆਇੰਟ ਹੈ ਤੇ ਇਹ ਲਾਈਨ ਇਸ ਦੇ ਪੈਰਲਲ ਹੈ ਤਾਂ ਕਹਿੰਦੇ ਪੱਕਾ ਜੋ A ਪੁਆਇੰਟ ਹੋਗਾ ਉਹ ਵੀ ਇਸ ਦਾ ਕੀ ਹੋਗਾ ਮਿਡ ਪੁਆਇੰਟ ਹੋਗਾ ਸਮਝ ਆ ਗਈ ਇੱਕ ਵਾਰ ਤੀਸਰੇ ਤਰੀਕੇ ਨਾਲ ਹੋਰ ਦੇਖ ਲਓ ਕਿ ਮੰਨ ਲਓ ਇਹ ਕੋਈ ਤੁਹਾਡੇ ਕੋਲ ਟ੍ਰਾਇੰਗਲ ਹੈ ਇਹ ਕੋਈ ਕੀ ਹੈ ਮਿਡ ਪੁਆਇੰਟ ਹੈ ਇਹ ਇਸ ਦਾ ਮਿਡ ਪੁਆਇੰਟ ਹੈ ਤੇ ਇਹ ਲਾਈਨ ਇਸ ਦੇ ਕੀ ਹੈ ਪੈਰਲਲ ਹੈ ਇਹ ਮਿਡ ਪੁਆਇੰਟ ਹੈ ਤੇ ਇਹ ਲਾਈਨ ਇਸ ਦੇ ਪੈਰਲਲ ਹੈ ਤਾਂ ਪੱਕਾ A ਵੀ ਕੀ ਹੋਗਾ ਇਸ ਦਾ ਮਿਡ ਪੁਆਇੰਟ ਹੋਗਾ ਤਾਂ ਇਹ ਵਾਲਾ ਪੁਆਇੰਟ ਵੀ ਪੱਕਾ ਕਿ ਹੋਗਾ ਇਸ ਦਾ ਮਿਡ ਪੁਆਇੰਟ ਸਮਝ ਆ ਗਈ ਗੱਲ ਹੁਣ ਆਪਾਂ ਸਟੇਟਮੈਂਟ ਪੜ੍ਹਦੇ ਹਾਂ ਕਿ ਆਪਾਂ ਸਟੇਟਮੈਂਟ ਤੋਂ ਕਿਵੇਂ ਸਮਝਾਂਗੇ ਦਾ ਲਾਈਨ ਉਹ ਲਾਈਨ ਜੋ ਡਰਾਉਨ ਕੀਤੀ ਗਈ ਹੈ ਜੋ ਬਣਾਈ ਗਈ ਹੈ ਥਰੂ ਦਾ ਮਿਡ ਪੁਆਇੰਟ ਆਫ ਵਨ ਸਾਈਡ ਆਫ ਅ ਟ੍ਰਾਇੰਗਲ ਦੀ ਕਿਸੇ ਇੱਕ ਸਾਈਡ ਦੇ ਮਿਡ ਪੁਆਇੰਟ ਤੋਂ ਜੋ ਲਾਈਨ ਬਣਾਈ ਗਈ ਹੈ which is parallel to the other side ਜੋ ਕਿ another side ਦੇ ਕੀ ਹੈ ਪੈਰਲਲ ਹੈ ਉਹ ਬਾਈਸੈਕਟ ਕਰੂਗੀ ਕਿਸ ਨੂੰ ਥਰਡ ਸਾਈਡ ਨੂੰ ਮਤਲਬ ਇਹ ਵਾਲਾ ਪਾਰਟ ਵੀ ਇਸ ਦੇ ਇਕੁਅਲ ਹੋਊਗਾ ਇੱਕ ਦੁਬਾਰਾ ਸਟੇਟਮੈਂਟ ਦੇਖੋ ਕਹਿੰਦੇ ਅਗਰ ਕੋਈ ਇੱਕ ਲਾਈਨ ਡਰਾਉਨ ਕਰ ਰਿਹਾ ਮਿਡ ਪੁਆਇੰਟ ਆਫ ਦਾ ਵਨ ਸਾਈਡ ਨੂੰ which is the parallel to the another side and bisect the third side and मतलब bisect the third side ਉਹ थर्ड साइड ਨੂੰ ਕੀ ਕਰੂਗੀ ਬਾਈਸੈਕਟ ਕਰੂਗੀ ਸਟੇਟਮੈਂਟ ਸਮਝ ਆ ਗਈ ਸਿੰਪਲ ਲੈਂਗੁਏਜ ਕੀ ਹੈ ਚਲੋ ਆਜੋ ਹੁਣ ਆਪਾਂ ਇਸਾ ਕਰਦੇ ਹਾਂ देखो की कहते हैं द्वारा देख लो एक बार हल करेगा गिवन टू प्रूफ के नाल कि मतलब अपने को एक ट्रायंगल है ABC if D is the midpoint of AB if given अपने को D is midpoint of AB D is midpoint of AB D क्या midpoint of AB है that is जो AD है वो किस दे इक्वल है DB दे D midpoint है AB दा that's mean AD equal DB है ਤੇ ਜੋ A1 ਲਾਈਨ ਹੈ ਲਾਈਕ ਐਜ਼ ਇਹ ਕੁਝ ਵੀ ਹੈ DE ਲਾਈਨ ਹੈ ਜੋ DE ਲਾਈਨ ਹੈ ਉਹ ਪੈਰਲਲ ਹੈ BC ਦੇ ਤਾਂ ਪ੍ਰੂਫ ਕਰੋ EB ਮਿਡ ਪੁਆਇੰਟ ਹੋਊਗਾ E is midpoint of E is midpoint of AC ਤਾਂ ਸ਼ੋ ਕਰੋ E ਕੀ ਹੋਊਗਾ ਮਿਡ ਪੁਆਇੰਟ ਹੋਊਗਾ ਕਿਸਦਾ AC ਦਾ ਮਤਲਬ ਵੀ ਹੈਵ ਟੂ ਸ਼ੋ ਦੈਟ AE ਇਕੁਅਲ AC ਐਨੀ ਗੱਲ ਸਮਝ ਆ ਗਈ ਮਿਡ ਪੁਆਇੰਟ ਤੋਂ ਦੀ ਸਟੇਟਮੈਂਟ ਕਲੀਅਰ ਹੈ ਹੁਣ ਦੇਖੋ ਇਸ ਦਾ ਪਿਛਲੇ ਕੁਐਸਚਨ ਦੀ ਤਰ੍ਹਾਂ ਆਪਾਂ ਇੱਕ ਲਾਈਨ ਡਰਾ ਕਰਦੇ ਹਾਂ C ਪੁਆਇੰਟ ਤੋਂ which is parallel to AB ਕੰਸਟਰਕਸ਼ਨ ਬਿਲਕੁਲ ਪਿਛਲੇ ਕੁਐਸਚਨ ਦੀ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਕੰਸਟਰਕਸ਼ਨ ਕੀ ਕੀਤੀ ਹੈ draw a line कुछ भी कह दो लाइन L draw a line L passing through point C passing through
point C, passing through point C, parallel to किसके पैरेलल है, पैरेलल टू AB, पैरेलल टू AB। C तो एक लाइन ड्रॉ की गई है जो कि AB दे की है, पैरेलल है, एंड विच इंटरसेक्ट DE, बाइसेक्ट लिखना, विच इंटरसेक्ट जो मीट करती है, मिलती है, इंटरसेक्ट करती है एक्सटेंडेड DE ਨੂੰ किसी F पॉइंट ਤੇ, एंड meet the extended line DE at point F। इसको ਤੁਸੀਂ अपनी लैंग्वेज से जिस प्रकार मर्जी लिख सकते हो, बस ਤੁਹਾਨੂੰ ਇਸ ਦਾ ਮਤਲਬ ਸਮਝਾਣਾ ਚਾਹੀਦਾ ਹੈ ਵੀ ਕੀ ਕਹਿ ਰਹੇ ਨੇ। ਇਹਨਾਂ ਨੇ ਕੀ ਕੀਤਾ ਕਿ D ਕੀ ਹੈ, ਇਸ ਦਾ ਮਿਡ ਪੁਆਇੰਟ ਹੈ ਤੇ DE ਪੈਰਲਲ BC ਹੈ, ਤਾਂ ਆਪਾਂ ਨੇ ਸ਼ੋ ਕਰਨਾ ਹੈ FB ਮਿਡ EB ਮਿਡ ਪੁਆਇੰਟ ਹੋਊਗਾ AC ਦਾ। ਤਾਂ ਆਪਾਂ ਨੇ ਕੀ ਕੀਤਾ, ਪਿਛਲੇ ਕੁਐਸਚਨ ਦੀ ਤਰ੍ਹਾਂ ਇੱਕ ਕੰਸਟਰਕਸ਼ਨ ਕੀਤੀ, C ਤੋਂ ਇੱਕ ਲਾਈਨ ਡਰਾ ਕੀਤੀ ਜੋ ਕਿ AB ਦੇ ਪੈਰਲਲ ਹੈ ਤੇ DE ਨੂੰ ਕਿੱਥੇ ਮੀਟ ਕਰ ਰਹੀ ਹੈ, F ਪੁਆਇੰਟ ਤੇ ਮੀਟ ਕਰ ਰਹੀ ਹੈ। ਹੁਣ ਇੱਕ ਧਿਆਨ ਨਾਲ ਦੇਖੋ ਕੀ ਹੋਇਆ। ਪਿਛਲੇ ਕੁਐਸਚਨ 'ਚ ਕੀ ਹੋਇਆ ਸੀਗਾ, ਨਾਲ ਦੇ ਨਾਲ ਦੋ ਟ੍ਰਾਇੰਗਲ ਕੰਗਰੂਐਂਟ ਹੋ ਗਈ ਸੀ। ਪਿਛਲੇ ਕੁਐਸਚਨ ਦੀ ਗੱਲ ਕਰ ਰਹੇ ਹਾਂ, ਪਿਛਲੇ ਕੁਐਸਚਨ 'ਚ ਇਹ ਦੋ ਟ੍ਰਾਇੰਗਲ ਕੰਗਰੂਐਂਟ ਹੋ ਗਿਆ ਸੀ। ਕਿਵੇਂ ਕੰਗਰੂਐਂਟ ਹੋ ਗਿਆ ਸੀ, ਕਿਉਂਕਿ ਇਹ ਮਿਡ ਪੁਆਇੰਟ ਗਿਵਨ ਸੀਗਾ, ਇਹ ਮਿਡ ਪੁਆਇੰਟ ਗਿਵਨ ਸੀ, ਇਹ ਵਰਟੀਕਲੀ ਆਪੋਜ਼ਿਟ ਐਂਗਲ ਸੀ ਤੇ ਇਹ ਵਾਲਾ ਐਂਗਲ ਇਹਦੇ ਕੋਲ ਹੋ ਗਿਆ ਸੀ ਅਲਟਰਨੇਟ ਇੰਟੀਰੀਅਰ ਐਂਗਲ। ਲੇਕਿਨ ਇਸ ਥਿਓਰਮ ਦੇ ਵਿੱਚ ਇਹ ਦੋ ਟ੍ਰਾਇੰਗਲਾਂ ਕੰਗਰੂਐਂਟ ਨਹੀਂ ਹੋਣ ਲੱਗ ਰਹੀ, ਕਿਉਂਕਿ ਦੋ ਚੀਜ਼ਾਂ ਤਾਂ ਉਹੀ ਨੇ, ਇਹ ਵਾਲਾ ਐਂਗਲ ਇਹਦੇ ਕੋਲ ਵਰਟੀਕਲ ਆਪੋਜ਼ਿਟ ਐਂਗਲ, ਇਹ ਵਾਲਾ ਐਂਗਲ ਇਹਦੇ ਕੋਲ ਅਲਟਰਨੇਟ ਇੰਟੀਰੀਅਰ ਐਂਗਲ, ਲੇਕਿਨ ਥਰਡ ਚੀਜ਼ ਨਹੀਂ ਹੈਗੀ ਆਪਣੇ ਕੋਲ, ਪੂਰੇ ਆਪਣੇ ਕੋਲ ਥਰਡ ਚੀਜ਼ ਨਹੀਂ ਹੈਗੀ। ਤਾਂ ਹੁਣ ਇਸ ਕੁਐਸਚਨ ਨੂੰ ਕਿਵੇਂ ਕਰਾਂਗੇ। ਪਿਛਲੇ ਕੁਐਸਚਨ 'ਚ ਕੀ ਕੀਤਾ ਸੀ, ਦੋਨਾਂ 'ਚ ਡਿਫਰੈਂਸ ਪਤਾ ਹੋਣਾ ਚਾਹੀਦਾ ਹੈ। ਪਿਛਲੇ 'ਚ ਕੀ ਕੀਤਾ ਸੀ, ਇਹ ਦੋ ਟ੍ਰਾਇੰਗਲਾਂ ਨੂੰ ਕੰਗਰੂਐਂਟ ਪ੍ਰੂਫ ਕੀਤਾ ਸੀ। ਕੰਗਰੂਐਂਟ ਬਹੁਤ ਈਜ਼ੀਲੀ ਹੋ ਗਈ ਸੀ ਕਿਉਂਕਿ AE ਇਕੁਅਲ EC ਸੀ, ਇਹ ਵਾਲਾ ਐਂਗਲ ਇਹਦੇ ਕੋਲ ਵਰਟੀਕਲ ਆਪੋਜ਼ਿਟ ਐਂਗਲ, ਇਹ ਵਾਲਾ ਐਂਗਲ ਇਹਦੇ ਕੋਲ ਅਲਟਰਨੇਟ ਇੰਟੀਰੀਅਰ ਐਂਗਲ। ਲੇਕਿਨ ਇਸ ਕੁਐਸਚਨ ਦੇ ਵਿੱਚ AE ਇਕੁਅਲ EC ਨਹੀਂ ਹੈ ਤਾਂ ਇਹ ਦੋ ਟ੍ਰਾਇੰਗਲਾਂ ਕੰਗਰੂਐਂਟ ਨਹੀਂ ਹੋ ਰਹੀ। ਇੰਨੀ ਗੱਲ ਕਲੀਅਰ। ਅਗਰ ਨਹੀਂ ਹੋ ਰਹੀ ਤਾਂ ਕੀ ਕੀਤਾ ਜਾਵੇ, ਗਿਵਨ ਦਾ ਯੂਜ਼ ਕਰਦੇ ਹਾਂ। ਜੋ ਇਹ ਲਾਈਨ ਹੈ DE ਹੈ ਉਹ ਕਿਸ ਦੇ ਪੈਰਲਲ ਹੈ, BC ਦੇ। ਜੋ DE ਹੈ ਉਹ ਕਿਸ ਦੇ ਪੈਰਲਲ ਹੈ, BC ਦੇ। अगर DE BC ਦੇ ਪੈਰਲਲ ਹੈ ਤਾਂ ਇਹ ਪੂਰੀ DF ਲਾਈਨ ਵੀ ਤਾਂ BC ਦੇ ਪੈਰਲਲ ਹੋਊਗੀ। अगर DE BC ਦੇ ਪੈਰਲਲ ਹੈ ਇਹ ਆਬਵੀਅਸ ਜੀ ਗੱਲ ਹੈ DF ਵੀ ਤਾਂ BC ਦੇ ਪੈਰਲਲ ਹੋਊਗੀ। ਤੇ ਆਪਾਂ ਨੇ ਕੰਸਟਰਕਸ਼ਨ ਕੀ ਕੀਤੀ ਹੈ ਕਿ ਜੋ DB ਹੈ ਉਹ ਇਸ ਦੇ ਪੈਰਲਲ ਹੈ, ਇਸ ਦੇ ਪੈਰਲਲ ਹੈ। ਚੈੱਕ ਕਰੋ, ਇਹ ਲਾਈਨ ਇਸ ਦੇ ਪੈਰਲਲ ਗਿਵਨ ਸੀ, ਇਹ ਲਾਈਨ ਇਸ ਦੇ ਪੈਰਲਲ ਆਪਾਂ ਨੇ ਕੰਸਟਰਕਟ ਕੀਤਾ ਹੈ, ਤਾਂ ਇਹ ਕੀ ਬਣ ਗਿਆ ਆਪਣੇ ਇੱਕ ਪੈਰਲੋਗ੍ਰਾਮ। ਕੀ ਬਣ ਗਿਆ ਆਪਣੇ ਇੱਕ ਪੈਰਲੋਗ੍ਰਾਮ। और देखिए जरा अपन की कितना प्रूफ कर रहे हैं, आपा कह रहे हैं कि BC पैरेलल DC अपन को गिवन है। अगर BC पैरेलल DC है then BC also parallel to DF, तब BC अपनी DF के भी पैरेलल हो। and moreover जो BD है वो पैरेलल है किदे, CF दे by construction। If in a quadrilateral opposite sides are parallel, then it is a parallelogram. If in a quadrilateral, अगर किसी quadrilateral, if in a quadrilateral opposite pairs are parallel, opposite sides are parallel, then it is parallelogram। तो की प्रूफ हो जाती है, पैरेललोग्राम प्रूफ हो जाती है। पहले पूरे तक दी पिक्चर दसो, पूरे तक दी पिक्चर क्लियर है। पिछले थ्योरम नालों डिफरेंस क्रिएट हो रहा, पूरे तक दी कहानी सेम सी पैरेललोग्राम नालों। डिफरेंस कितने क्रिएट होया, पिछले थ्योरम दे विच ए दो ट्रायंगल कॉन्ग्रुएंट हो गई सी, लेकिन इस थ्योरम दे विच ए दो ट्रायंगल कॉन्ग्रुएंट नहीं हो रही। अगर नहीं हो रही तो आप गिवन दा यूज करांगे। गिवन की सी कि DE पैरेलल BC, अगर DE BC दे पैरेलल है तो DF भी BC दे पैरेलल होगी, तब BD तो CF दे पैरेलल है ही है बाय कंस्ट्रक्शन, तब BCFD की बन गई एक पैरेललोग्राम। तो क्या गया, BCFD इज अ पैरेललोग्राम। BCFD अपने को की आ गई पैरेललोग्राम। अगर ये पैरेललोग्राम आ गई मतलब ए साइड इज द पैरेलल है, ए साइड इज द पैरेलल। मैं एक गल समझाई हुई है, अगर कोई चीज प्रूफ हो जाए जिन्ना समान लुट सकते हो लुट लो, तो उस तो तुम की लिख सकते हो कि जो BC है वो DF दे कोल होगी, जो BC है वो किस दे कोल होगी, DF दे। एंड मोर ओवर DB किस दे इक्वल है, CF दे। DB किस दे इक्वल है, CF। और तक दसो किसी को डाउट, उरे तक बिल्कुल पिक्चर क्लियर है।
ਇਹ ਦੋ ਟ੍ਰਾਇੰਗਲਾਂ ਜਦ ਕੰਗਰੂਐਂਟ ਨਹੀਂ ਹੋ ਪਾਈ, ਮੈंने देखा कि मैंने गिवन की है, मैंने ए वाली लाइन इस दे पैरेलल गिवन है, ਤਾਂ ਇਹ ਪੂਰੀ ਲਾਈਨ ਇਸ ਦੇ ਪੈਰਲਲ ਹੋਗੀ, ਇਹ ਲਾਈਨ ਇਸ ਦੇ ਪੈਰਲਲ ਹੋਗੀ, ਤਾਂ ਇਹ ਬਣ ਗਿਆ ਆਪਣਾ ਪੈਰਲੋਗ੍ਰਾਮ। ਅਗਰ ਪੈਰਲੋਗ੍ਰਾਮ ਬਣ ਗਿਆ ਤਾਂ BC ਇਕੁਅਲ DF ਤੇ BD ਇਕੁਅਲ CF। ਇੰਨੀ ਗੱਲ ਕਲੀਅਰ ਹੈ? ਡਨ। ਕਿਉਂਕਿ ਪੈਰਲੋਗ੍ਰਾਮ ਦੇ ਆਪੋਜ਼ਿਟ ਸਾਈਡਸ ਕੀ ਹੁੰਦੀ ਹੈ? ਇਕੁਅਲ। ਹੁਣ ਤਾਂ ਦੇਖੋ DB CF ਦੇ ਇਕੁਅਲ ਹੈ, DB ਕਿਸ ਦੇ ਇਕੁਅਲ ਹੈ? CF ਦੇ। ਕਿ DB ਕਿਸੇ ਚੀਜ਼ ਦੇ ਇਕੁਅਲ ਹੈਗੀ ਸੀ? ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ। DB ਕਿਹਦੇ ਇਕੁਅਲ ਸੀ? AD ਦੇ। DB CF ਦੇ ਇਕੁਅਲ ਹੈ ਤੇ DB AD ਦੇ ਇਕੁਅਲ ਹੈਗੀ ਸੀ। ਦੈਟਸ ਮੀਨ AD ਤੇ CF ਵੀ ਆਪਸ ਵਿੱਚ ਆ ਗਏ ਇਕੁਅਲ ਆ ਗਏ। CF DB ਦੇ ਇਕੁਅਲ ਆ ਗਿਆ, CF DB ਦੇ ਇਕੁਅਲ ਆ ਗਿਆ ਤੇ DB AD ਦੇ ਇਕੁਅਲ ਆ ਗਿਆ। ਫਰੋਮ ਇਕੁਏਸ਼ਨ 1 ਐਂਡ 2, ਫਰੋਮ ਇਕੁਏਸ਼ਨ 1 ਐਂਡ 2 ਜੋ AD ਸਾਈਡ ਹੈ ਉਹ ਕਿਸ ਦੇ ਇਕੁਅਲ ਆ ਗਈ? CF। AD ਸਾਈਡ ਕਿਸ ਦੇ ਇਕੁਅਲ ਆ ਗਈ? CF। ਪ੍ਰੋਬਲਮ ਕਿੱਥੇ ਆ ਰਹੀ ਸੀ? ਇਹ ਦੋ ਟ੍ਰਾਇੰਗਲਾਂ ਕੰਗਰੂਐਂਟ ਨਹੀਂ ਹੋ ਪਾ ਰਹੀਆਂ ਸੀ, ਇਹ ਦੋ ਟ੍ਰਾਇੰਗਲਾਂ ਕੰਗਰੂਐਂਟ ਨਹੀਂ ਹੋ ਪਾ ਰਹੀਆਂ ਸੀ, ਲੇਕਿਨ ਹੁਣ ਇਹ ਦੋ ਟ੍ਰਾਇੰਗਲਾਂ ਕੰਗਰੂਐਂਟ ਈਜ਼ੀਲੀ ਹੋ ਰਹੀਆਂ ਨੇ। ਹੁਣ ਆਪਾਂ ਇਹ ਦੋ ਟ੍ਰਾਇੰਗਲਾਂ ਨੂੰ ਈਜ਼ੀਲੀ ਕੰਗਰੂਐਂਟ ਕਰ ਸਕਦੇ ਹਾਂ। ਕਿਵੇਂ ਕਰ ਸਕਦੇ ਹਾਂ? ਦੇਖੋ ਜੀ, ਹੁਣ ਇਹ ਦੋ ਟ੍ਰਾਇੰਗਲ ਆਪਾਂ ਲੈ ਲਿਆ। ਇਨ ਟ੍ਰਾਇੰਗਲ AED ਐਂਡ ट्रायंगल CEF ਆਪਾਂ ਲਿਖ ਰਹੇ ਹਾਂ ਕਿ ਜੋ AD ਸਾਈਡ ਹੈ ਉਹ ਕਿਸ ਦੇ ਇਕੁਅਲ ਹੈ? CF ਦੇ। ਫਰੋਮ ਇਕੁਏਸ਼ਨ 3, सेकंड वन वही वर्टिकली अपोजिट एंगल AED इक्वल एंगल FEC कि में वर्टिकली अपोजिट एंगल। थर्ड चीज एंगल ADE इक्वल एंगल CFE मैं बार-बार C बोल रहा हूं, EFC एंगल EFC अल्टरनेट इंटीरियर एंगल। समझ चाहिए? ਤਾਂ ਇਹ ਦੋਨੋਂ ਟ੍ਰਾਇੰਗਲ ਹੋ ਚੁੱਕੇ ਨੇ ਕੰਗਰੂਐਂਟ। ਟ੍ਰਾਇੰਗਲ ਪਹਿਲੀ ਟ੍ਰਾਇੰਗਲ ਦਾ ਨਾਮ ਜੈਮਤ ਜੀ ਲਿਖ ਦਿਓ, ਦੂਸਰੀ ਦਾ ਨਾਮ ਦੇਖੋ ਕਿਵੇਂ ਲਿਖੋਗੇ। ਵਿੱਚ E ਹੈ, E ਦੀ ਜਗ੍ਹਾ ਤੇ E ਆਊਗਾ, ਵਿੱਚ D ਹੈ, ਵਿੱਚ F ਹੈ, D ਦੀ ਜਗ੍ਹਾ ਤੇ F ਆਊਗਾ ਤੇ ਕੌਣ ਬਚ ਗਿਆ? C। ਤਾਂ ਕੌਣ ਬਚ ਗਿਆ? CEF। ਕਿਸ ਰੂਲ ਨਾਲ? ਐਂਗਲ ਸਾਈਡ AAS ਕਿਸ ਰੂਲ ਨਾਲ ਹੋਗੀ? AAS। ਸਿੰਪਲੀਸਿਟੀ ਨਾਲ ਆਪਾਂ ਕੀ ਲਿਖ ਸਕਦੇ ਹਾਂ? AE ਇਕੁਅਲ AC, AE ਇਕੁਅਲ AC by CPCT ਤੇ ਇਹੀ ਮੈंने ਪ੍ਰੂਫ ਕਰਨਾ ਸੀ, ਸਮਝ ਚਾਹੀ? ਥਿਓਰਮ ਨੂੰ ਸੋਚਣਾ ਕਿਵੇਂ? ਬਹੁਤ ਈਜ਼ੀ ਤਰੀਕਾ ਸੋਚਣ ਦਾ। ਤੁਸੀਂ ਦੇਖੋ ਪਹਿਲਾਂ ਕੰਸਟਰਕਸ਼ਨ ਕਰ ਲਓ, ਤੁਹਾਡਾ ਮਨ ਕਰੂਗਾ ਕਿ ਅਸੀਂ ਇਹ ਦੋ ਟ੍ਰਾਇੰਗਲਾਂ ਨੂੰ ਕੰਗਰੂਐਂਟ ਕਰ ਦਈਏ, ਲੇਕਿਨ ਇਹ ਦੋ ਟ੍ਰਾਇੰਗਲਾਂ ਕੰਗਰੂਐਂਟ ਨਹੀਂ ਹੋ ਪਾ ਰਹੀ। ਜਦੋਂ ਟ੍ਰਾਇੰਗਲਾਂ ਕੰਗਰੂਐਂਟ ਨਹੀਂ ਹੋ ਪਾ ਰਹੀ ਤੁਸੀਂ ਸੋਚੋਗੇ ਸਾਨੂੰ गिवन ਕੀ ਹੈ। ਜਦੋਂ ਟ੍ਰਾਇੰਗਲਾਂ ਕੰਗਰੂਐਂਟ ਨਹੀਂ ਹੋ ਪਾ ਰਹੀ ਤੁਸੀਂ ਸੋਚੋਗੇ ਕਿ ਸਾਨੂੰ गिवन ਕੀ ਹੈ। गिवन ਕੀ ਹੈ? DE ਪੈਰਲਲ BC ਹੈ। ਅਗਰ DE BC ਦੇ ਪੈਰਲਲ ਹੈ ਤਾਂ DF ਵੀ BC ਦੇ ਪੈਰਲਲ ਹੋਊਗੀ। ਇਹ ਇਸ ਦੇ ਪੈਰਲਲ ਹੈ, ਇਹ ਇਸ ਦੇ ਪੈਰਲਲ ਹੈ, ਤਾਂ ਇਹ ਕੀ ਬਣ ਗਈ? ਪੈਰਲੋਗ੍ਰਾਮ। ਇਹ ਕੀ ਬਣ ਗਈ? ਪੈਰਲੋਗ੍ਰਾਮ। ਤੇ ਸਾਨੂੰ ਸਿਖਾਇਆ ਗਿਆ ਅਗਰ ਆਪਾਂ ਕੋਈ ਚੀਜ਼ ਪ੍ਰੂਵ ਕਰ ਦਈਏ ਉਸ ਦਾ ਜਿੰਨਾ ਸਮਾਨ ਲੁੱਟ ਸਕਦੇ ਹੋ ਲੁੱਟ ਲਓ। अगर ये पैराग्राफ प्रूफ हो चुकी है तो मैं लिख सकता कि जो BC है वो किस दे इक्वल है? DE दे ते जो BD है वो किस दे इक्वल है? CF दे। ਤੇ ਜਦੋਂ ਇੰਨੀ ਗੱਲ ਲਿਖੀ ਕਿ DB ਮੇਰਾ CF ਦੇ ਇਕੁਅਲ ਹੈ, ਮੈਂ ਸੋਚਿਆ ਯਾਰ DB ਦੀ ਗੱਲ ਤਾਂ ਮੈਂ ਪਹਿਲਾਂ ਵੀ ਕੀਤੀ ਸੀ, DB AD ਦੇ ਇਕੁਅਲ ਸੀ, DB AD ਦੇ ਇਕੁਅਲ ਸੀ, DB CF ਦੇ ਇਕੁਅਲ ਆ ਗਿਆ, ਤਾਂ ਉਰੋਂ ਤੋਂ AD ਤੇ CF ਆਪਸ ਵਿੱਚ ਆ ਗਏ इक्वल आ गए। और अगर AD CF ਦੇ ਇਕੁਅਲ ਆ ਗਿਆ then ਇਹ ਦੋ ਟ੍ਰਾਇੰਗਲਾਂ ਵੀ ਕੀ ਹੋਗੀ? ਕੰਗਰੂਐਂਟ ਪ੍ਰੂਫ होगी। किस रूल नाल? AD इक्वल CF, A वाला एंगल A दे इक्वल अल्टरनेट इंटीरियर एंगल, A वाला एंगल A दे इक्वल वर्टिकली अपोजिट एंगल, तो ये दोनों ट्रायंगल होगी कंग्रुएंट। CPCT नाल AE इक्वल EC यही प्रूफ करना है।